स्टूडेंट प्रीवियस वीडियो ਦੇ ਵਿੱਚ ਆਪਾਂ ਔਨ ਦਾ ਜੌਬ ਟ੍ਰੇਨਿੰਗ ਬਾਰੇ ਪੜਿਆ ਸੀਗਾ। ਅੱਜ ਆਪਾਂ ਡਿਸਐਡਵਾਂਟੇजेस ਤੇ ਐਡਵਾਂਟੇजेस ਪੜ੍ਹਦੇ ਹਾਂ ਔਨ ਦਾ ਜੌਬ ਟ੍ਰੇਨਿੰਗ ਦੀਆਂ। ਸਭ ਤੋਂ ਪਹਿਲਾਂ ਹੈ ਜੀ ਐਡਵਾਂਟੇजेस। ਦ ਕਾਸਟ ਆਫ ਟ੍ਰੇਨਿੰਗ ਅੰਡਰ ਦਿਸ ਮੈਥਡ ਇਜ਼ ਵੈਰੀ ਲੈਸ। ਔਨ ਦਾ ਜੌਬ ਟ੍ਰੇਨਿੰਗ ਜੇ ਆਪਾਂ ਕਿਸੇ ਨੂੰ ਟ੍ਰੇਨਿੰਗ ਦਿੰਦੇ ਹਾਂ ਮਤਲਬ ਜੌਬ ਦੇ ਨਾਲ ਤਾਂ ਇਹਦਾ ਖਰਚਾ ਬਹੁਤ ਘੱਟ ਪੈਂਦਾ। along with getting training new employees contribute a lot in the working of the organization। ਸੋ ਜਦੋਂ ਅਸੀਂ ਉਸ ਪਰਸਨ ਨੂੰ ਟ੍ਰੇਨਿੰਗ ਦੇ ਰਹੇ ਹੁੰਦੇ ਹਾਂ ਤਾਂ ਨਾਲ ਉਸ ਪਰਸਨ ਦੀ ਨਾਲ ਸਾਡੇ ਕੰਮ ਦੇ ਵਿੱਚ ਵੀ ਹੈਲਪ ਸਾਨੂੰ ਮਿਲ ਜਾਂਦੀ ਆ, ਆਰਗੇਨਾਈਜੇਸ਼ਨ ਨੂੰ ਫਾਇਦਾ ਹੋ ਜਾਂਦਾ। ਦਿਸ ਮੈਥਡ ਆਫ ਟ੍ਰੇਨਿੰਗ ਇਜ਼ ਹਾਈਲੀ ਸੁਟੇਬਲ ਟੂ ਗਿਵ ਟ੍ਰੇਨਿੰਗ ਟੂ ਲੋਅਰ ਲੈਵਲ ਇੰਪਲੋਈਜ਼। ਇਹਦੇ ਨਾਲ ਲੋਅਰ ਲੈਵਲ ਦੇ ਇੰਪਲੋਈਜ਼ ਨੂੰ ਵਧੀਆ ਟ੍ਰੇਨਿੰਗ ਦਿੱਤੀ ਜਾ ਸਕਦੀ ਆ। ਨੈਕਸਟ ਹੈ ਦਿਸ ਮੈਥਡ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਇਨ ਮੋਟੀਵੇਟਿੰਗ ਇੰਪਲੋਈਜ਼ ਐਂਡ ਬੂਸਟਿੰਗ ਦੇਅਰ ਮੋਰਾਲ। ਸੋ ਇਸ ਮੈਥਡ ਦੀ ਹੈਲਪ ਦੇ ਨਾਲ ਔਨ ਦਾ ਜੌਬ ਟ੍ਰੇਨਿੰਗ ਮੈਥਡ ਦੀ ਹੈਲਪ ਦੇ ਨਾਲ ਇੰਪਲੋਈਜ਼ ਮੋਟੀਵੇਟ ਹੁੰਦੇ ਆ ਐਂਡ ਉਹਨਾਂ ਦਾ ਮੋਰਾਲ ਹਾਈ ਹੁੰਦਾ, ਬੂਸਟ ਅਪ ਹੁੰਦਾ। ਨੈਕਸਟ ਹੈਗਾ ਇਹਦਾ 5th ਪੁਆਇੰਟ। ਦਿਸ ਮੈਥਡ ਆਫ ਟ੍ਰੇਨਿੰਗ ਇਜ਼ ਹਾਈਲੀ ਯੂਜ਼ਫੁਲ ਫॉर ਸਮੋਲ ਐਂਡ ਮੀਡੀਅਮ ਔਰਗਨਾਈਜੇਸ਼ਨਸ। ਸੋ ਜਿਹੜੀਆਂ ਛੋਟੀਆਂ ਨੇ ਜਾਂ ਕਹਿ ਦਈਏ ਮੀਡੀਅਮ ਔਰਗਨਾਈਜੇਸ਼ਨ ਆ ਉੱਥੇ ਮੈਥਡ ਕਾਫੀ ਯੂਜ਼ਫੁਲ ਆ। ਹੁਣ ਇਸ ਮੈਥਡ ਦੀਆਂ ਕੁਛ ਡਿਸਐਡਵਾਂਟੇजेस ਵੀ ਨੇ। ਪਹਿਲੀ ਹੈ ਦਿਸ ਮੈਥਡ ਹੈਜ਼ ਐਡਵਰਸ ਇਫੈਕਟ ਔਨ ਦਾ ਵਰਕਿੰਗ ਆਫ ਦਾ ਔਰਗਨਾਈਜੇਸ਼ਨ। ਇਸ ਮੈਥਡ ਦਾ ਬੁਰਾ ਪ੍ਰਭਾਵ ਵੀ ਪੈਂਦਾ ਹੈ ਸਾਡੀ ਔਰਗਨਾਈਜੇਸ਼ਨ ਦੇ ਉੱਪਰ। ਕਿਵੇਂ ਸੈਕਿੰਡ ਪੁਆਇੰਟ ਤੋਂ ਦੇਖੋ, ਇਫ ਸੀਨੀਅਰਸ ਆਰ ਨਾਟ ਐਫੀਸ਼ੀਐਂਟ ਐਂਡ ਐਕਸਪੀਰੀਅੰਸਡ ਦੈਨ ਬੈਟਰ ਕੁਆਲਿਟੀ ਟ੍ਰੇਨਿੰਗ ਇਜ਼ ਨਾਟ ਇੰਪਾਰਟਡ ਟੂ ਦਾ ਇੰਪਲੋਈਜ਼। ਸੋ ਜਿਸ ਪਰਸਨ ਨੇ ਟ੍ਰੇਨਿੰਗ ਦੇਣੀ ਆ ਜੇ ਉਹ ਆਪ ਹੀ ਐਫੀਸ਼ੀਐਂਟ ਨਹੀਂ ਹੈ ਜਾਂ ਆਪ ਹੀ ਉਹ ਸੀਨੀਅਰ ਹੈ ਜਿਹੜਾ ਉਹ ਐਕਸਪੀਰੀਅੰਸ ਨਹੀਂ ਹੈ ਤਾਂ ਵਧੀਆ ਕੁਆਲਿਟੀ ਦੀ ਟ੍ਰੇਨਿੰਗ ਉਹ ਨਹੀਂ ਦੇ ਸਕੂਗਾ ਇੰਪਲੋਈਜ਼ ਨੂੰ। ਦਿਸ ਮੈਥਡ ਆਫ ਟ੍ਰੇਨਿੰਗ ਇਜ਼ ਨਾਟ ਸੁਟੇਬਲ ਟੂ ਇੰਪਾਰਟ ਟ੍ਰੇਨਿੰਗ ਟੂ ਦਾ ਹਾਇਰ ਲੈਵਲ ਇੰਪਲੋਈਜ਼। ਇਸ ਤਰ੍ਹਾਂ ਦਾ ਜਿਹੜਾ ਔਨ ਦਾ ਜੌਬ ਟ੍ਰੇਨਿੰਗ ਮੈਥਡ ਹੈ ਇਸਨੂੰ ਅਸੀਂ ਹਾਇਰ ਲੈਵਲ ਦੇ ਉੱਪਰ ਟ੍ਰੇਨਿੰਗ ਦੇਣ ਲਈ ਨਹੀਂ ਵਰਤ ਸਕਦੇ। The scope of this method is limited. Under it the employees do not get training from every aspect। ਹੁਣ ਇਸ ਦੇ ਵਿੱਚ ਜਿਹੜਾ ਕਿਸੇ ਵੀ ਪਰਸਨ ਦੀ ਓਵਰਆਲ ਡਿਵੈਲਪਮੈਂਟ ਦਾ ਕਾਫੀ ਸਕੋਪ ਘੱਟ ਹੈ, ਲਿਮਟਡ ਹੈ, ਕਿਉਂਕਿ ਇਸ ਦੇ ਨਾਲ ਜਿਹੜੇ ਇੰਪਲੋਈਜ਼ ਆ ਉਹਨਾਂ ਦੀ ਓਵਰਆਲ ਟ੍ਰੇਨਿੰਗ ਉਹਨਾਂ ਦੀ ਨਹੀਂ ਹੋ ਪਾਉਂਦੀ। ਠੀਕ ਹੈ। there is no improvement in the procedures and techniques of the working of the organization। ਸੋ ਔਨ ਦਾ ਜੌਬ ਟ੍ਰੇਨਿੰਗ ਦੇ ਨਾਲ ਜਿਹੜੀ ਔਰਗੇਨਾਈਜੇਸ਼ਨ ਆ ਉਹਦੇ ਵਿੱਚ ਜਿਹੜੇ ਟੈਕਨੀਕਸ ਨੇ ਜਾਂ ਪ੍ਰੋਸੀਜਰ ਆ ਉਹਨਾਂ 'ਚ ਕੋਈ ਇੰਪਰੂਵਮੈਂਟ ਨਹੀਂ ਆਉਂਦੀ, ਜਦ ਕਿ ਉਹੀ ਮੈਥਡ ਅਤੇ ਟੈਕਨੀਕਸ ਹੀ ਯੂਜ਼ ਕਰਕੇ ਜਿਹੜੇ ਹੋਰ ਇੰਪਲੋਈਜ਼ ਆ ਉਹਨਾਂ ਨੂੰ ਅੱਗੇ ਟ੍ਰੇਨਿੰਗ ਦੇ ਦਿੱਤੀ ਜਾਂਦੀ ਹੈ। ਹੁਣ ਨੈਕਸਟ ਮੈਥਡ ਆਪਣੇ ਕੋਲ ਹੈ ਆਫ ਦਾ ਜੌਬ ਟ੍ਰੇਨਿੰਗ। ਅੰਡਰ ਦਿਸ ਮੈਥਡ ਐਨੀ ਇੰਪਲੋਈ ਇਜ਼ ਇੰਪਾਰਟਡ ਫਾਰਮਲ ਟ੍ਰੇਨਿੰਗ ਅਵੇ ਫਰੋਮ ਦਾ ਫੰਕਸ਼ਨਲ ਪੋਸਟ। ਇਸ ਮੈਥਡ ਦੇ ਵਿੱਚ ਦੇਖੋ ਜੌਬ ਕਰਦੇ ਦੌਰਾਨ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ, ਉਸਨੂੰ ਟ੍ਰੇਨਿੰਗ ਅਲੱਗ ਜਗ੍ਹਾ 'ਤੇ ਲਿਜਾ ਕੇ ਦਿੱਤੀ ਜਾਂਦੀ ਹੈ ਉਹਦੀ ਕੰਮ ਕਰਨ ਵਾਲੀ ਪੋਸਟ ਤੋਂ ਕਿਸੇ ਹੋਰ ਵੱਖਰੀ ਥਾਂ 'ਤੇ। This method of training is used when there is a need for greater understanding, skill, experience for accomplishing the task। ਸੋ ਇਸ ਵਾਲੇ ਮੈਥਡ ਨੂੰ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਕਿਸੇ ਪਰਸਨ ਨੂੰ ਬਹੁਤ ਜਿਵੇਂ ਆਪਾਂ ਕਹੀਏ ਬਰੀਕੀ ਦੇ ਨਾਲ ਕੋਈ ਚੀਜ਼ ਅੰਡਰਸਟੈਂਡ ਕਰਵਾਉਣੀ ਆ, ਸਮਝਾਉਣੀ ਆ ਅਤੇ ਜਾਂ ਉਹਦੇ ਵਿੱਚ ਜ਼ਿਆਦਾ ਸਕਿੱਲਸ ਨੂੰ ਇੰਪਰੂਵ ਕਰਨ ਦੀ ਲੋੜ ਆ। ਠੀਕ ਆ, ਕਿਸੇ ਕੰਮ ਨੂੰ ਕਰਨ ਦੇ ਲਈ ਜ਼ਿਆਦਾ ਐਕਸਪੀਰੀਅੰਸ ਦੀ ਲੋੜ ਆ ਤਾਂ ਉਸ ਸਿਚੁਏਸ਼ਨ ਦੇ ਵਿੱਚ ਅਸੀਂ ਆਫ ਦਾ ਜੌਬ ਟ੍ਰੇਨਿੰਗ ਚੂਜ਼ ਕਰਦੇ ਹਾਂ। That's why off the job training is provided in specific training institutions। ਸੋ ਜਿਹੜੀ ਆਫ ਦਾ ਜੌਬ ਟ੍ਰੇਨਿੰਗ ਆ ਇੱਕ ਅਲੱਗ ਤੋਂ ਜਿਹੜੇ ਇੰਸਟੀਟਿਊਸ਼ਨ ਬਣੇ ਹੁੰਦੇ ਆ, ਸੰਸਥਾਵਾਂ ਹੁੰਦੀਆਂ ਉਹਨਾਂ 'ਚ ਬੁਲਾ ਕੇ ਜਾਂ ਉਹਨਾਂ ਦੇ ਵਿੱਚ ਲਿਜਾ ਕੇ ਟ੍ਰੇਨਿੰਗ ਦਿੱਤੀ ਜਾਂਦੀ ਆ, ਜੌਬ ਦੇ ਕਰਨ ਦੇ ਨਾਲ ਨਹੀਂ ਦਿੰਦੇ। ਠੀਕ ਆ। ਅੰਡਰ ਦਿਸ ਟਾਈਪ ਆਫ ਟ੍ਰੇਨਿੰਗ the trainer is first of all imparted a theoretical knowledge and then artificial working conditions are created to impart practical training to him। ਇਸ ਟ੍ਰੇਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਟ੍ਰੇਨਰ ਹੁੰਦਾ ਵਾ ਉਹ ਪਹਿਲਾਂ ਥਿਓਰੈਟੀਕਲ ਨੌਲੇਜ ਹੁੰਦਾ। ਥਿਓਰੈਟੀਕਲ ਨੌਲੇਜ ਹੁੰਦਾ ਵੀ ਪਹਿਲਾਂ ਬੁਕਿਸ਼ ਨੌਲੇਜ, ਮਤਲਬ ਜਿਵੇਂ ਆਪਾਂ ਮੈਨੇਜਮੈਂਟ ਦੇ ਪ੍ਰਿੰਸੀਪਲ ਕਹਿ ਲਈਏ, ਜਸਟ ਪਹਿਲਾਂ ਪੜ੍ਹਾਏ ਜਾਂਦੇ ਆ। ਠੀਕ ਆ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਆਰਟੀਫਿਸ਼ੀਅਲ ਵਰਕਿੰਗ ਕੰਡੀਸ਼ਨਸ ਇੱਦਾਂ ਦੀਆਂ ਕ੍ਰੀਏਟ ਕਰਕੇ ਦਿੱਤੀਆਂ ਜਾਂਦੀਆਂ ਵੀ ਤੁਸੀਂ ਹੁਣ ਪ੍ਰੈਕਟੀਕਲੀ ਇਹਨਾਂ ਨੂੰ ਲਾਗੂ ਕਰਕੇ ਦਿਖਾਓ। Of the job training method is generally used to give training to high officials, managers and administrative officers। ਸੋ ਇਹ ਵਾਲਾ ਮੈਥਡ ਜਿਹੜਾ ਹੈ ਉਹ ਹਾਈ ਅਫੀਸ਼ੀਅਲ ਲਈ, ਮੈਨੇਜਰਸ ਲਈ ਜਾਂ ਐਡਮਿਨਿਸਟ੍ਰੇਟਿਵ ਦੇ ਨਾਲ ਸੰਬੰਧਿਤ ਜਿਹੜੇ ਆਫਿਸਰਸ ਹੁੰਦੇ ਆ ਉਹਨਾਂ ਲਈ ਵਰਤਦੇ ਆ। ਤਾਂ ਸਭ ਤੋਂ ਪਹਿਲਾਂ ਆਫ ਦਾ ਜੌਬ ਟ੍ਰੇਨਿੰਗ ਦੇ ਵਿੱਚ ਕੁਛ ਟੈਕਨੀਕਸ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ। ਇਹਦੇ ਵਿੱਚ ਫਸਟ ਹੈ ਜੀ ਵੈਸਟੀਬਿਊਲ ਟ੍ਰੇਨਿੰਗ। Under this method employees are imparted training within the premises of the organization but away from the actual post of appointment at a place specifically designed for giving training। ਇਸ ਮੈਥਡ ਦੇ ਵਿੱਚ ਇੰਪਲੋਈਜ਼ ਨੂੰ ਉਸੇ ਹੀ ਸੰਸਥਾ ਦੇ ਵਿੱਚ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਟ ਉਸ ਦੀ ਜਿਹੜੀ ਪੋਸਟ ਆ ਜਿੱਥੇ ਉਹ ਬੈਠ ਕੇ ਕੰਮ ਕਰਦਾ ਉਸ ਪੋਸਟ ਤੋਂ ਅਲੱਗ ਕੋਈ ਜਗ੍ਹਾ ਸਪੈਸੀਫਿਕ ਡਿਜ਼ਾਈਨ ਕੀਤੀ ਜਾਂਦੀ ਹੈ ਟ੍ਰੇਨਿੰਗ ਲਈ। ਕੋਈ ਰੂਮ ਕਹਿ ਲਓ, ਕੋਈ ਹਾਲ ਕਹਿ ਲਓ, ਠੀਕ ਆ, ਉੱਥੇ ਟ੍ਰੇਨਿੰਗ ਦਿੰਦੇ ਆ।
देयर इज स्पैशल अरेंजमेंट फॉर गिविंग ट्रेनिंग, उन्होंने ट्रेनिंग देने लिए स्पैशल अरेंजमेंट्स की उत्ते। दैट्स वाई दिस इज़ नोन एज वेस्टिब्यूल ट्रेनिंग, इस करके इनू वेस्टिब्यूल ट्रेनिंग कहने आपां। दिस मैथड इज़ यूज्ड वैन अ लार्ज नंबर ऑफ इंपलॉइज आर टू बी इंपार्टेड ट्रेनिंग टुगैदर। सो ये मैथड असीं उदों वरतदे हां जदों असीं एक दो नूं नहीं, जद कि मतलब 50-60 जाने जां काफ़ी ज़्यादा इंपलॉइज़ नूं इकट्ठिਆਂ नूं ट्रेनिंग देनी है ना, लार्ज नंबर ऑफ इंपलॉइज़ नूं, तां उदों ये मैथड यूज़ किया जाता। Under this method, a specific department is set up to impart training and training is imparted by expert instructors। ਇਹਦੇ ਵਿੱਚ ਇੱਕ ਸਪੈਸੀਫਿਕ ਡਿਪਾਰਟਮੈਂਟ ਬਣਾਇਆ ਜਾਂਦਾ ਜਿਹਦੇ ਥਰੂ ਟ੍ਰੇਨਿੰਗ ਦਿੱਤੀ ਜਾਂਦੀ ਆ ਐਂਡ ਟ੍ਰੇਨਿੰਗ ਦੇਣ ਵਾਲੇ ਐਕਸਪਰਟ ਇੰਸਟਰਕਟਰ ਹੁੰਦੇ ਆ। ਹੈਂਸ ਦਿਸ ਮੈਥਡ ਇਜ਼ ਮੋਰ ਲਾਈਕ ऑन द जॉब ट्रेनिंग। तो कुछ हद तक ये ऑन द जॉब ट्रेनिंग वर्गा मैथड दिखाई दिंदा, बट देयर आर टू मेन पॉइंट्स ऑफ डिफरेंस। बट ये दो पॉइंट्स ने जिहदे करके आपां ये डिफरेंट आ ऑन द जॉब ट्रेनिंग नालों। फर्स्टली अंडर दिस मैथड ट्रेनिंग इज़ गिवन बाय द ट्रेनिंग इंस्ट्रक्टर्स एंड नॉट बाय द लाइन अथॉरिटीज़। पहले डिफरेंस तो ये है कि जिवें ऑन द जॉब ट्रेनिंग दे विच जिहड़े सीनियर सीगे वो ट्रेनिंग दिंदे सी, इहदे च सीनियर ट्रेनिंग नहीं दिंदे, इहदे विच ट्रेनिंग देने वाले अलग तो ट्रेनिंग वाले इंस्ट्रक्टर रखे हुंदे आ। सैकेंड डिफरेंस की है इहदे विच, ट्रेनिंग इज़ इंपार्टेड इन अ स्पैसीफिक डिपार्टमेंट और एट अ स्पैसीफिक प्लेस विद इन द प्रेमिसिस ऑफ द ऑर्गेनाइजेशन अवे फ्रॉम द एक्चुअल प्लेस ऑफ वर्किंग। ट्रेनिंग आ जिहड़ी ऑर्गेनाइजेशन दे विच दित्ती जांदी है, बट जिहड़ी उस परसन दी जॉब करने वाली पोस्ट आ जां जगह वा उस तो दूर किसी अलग डिपार्टमेंट दे विच जां अलग जगह ते दित्ती जांदी है। विद दिस लाइन अथॉरिटीज़ गेट फ्री फ्रॉम रिस्पॉन्सिबिलिटी ऑफ इंपार्टिंग ट्रेनिंग एंड इंपलॉइज ऑल्सो गेट ट्रेनिंग इन एन इंडिपेंडेंट इन्वायरमेंट। सो ये जिहड़ियां लाइन अथॉरिटीज़ ने, मतलब जिहड़े ऑफिस वाले हुंदे आ वो इस जिम्मेवारी तो फ्री हो जाते हैं कि उन्होंने ट्रेनिंग देनी है इंपलॉइज़ नूं, क्योंकि ये अलग तो इंस्ट्रक्टर रखे होंगे तो जिहड़े इंपलॉइज़ उन्होंने भी एक इंडिपेंडेंट इन्वायरमेंट दे विच ट्रेनिंग मिल जाती है। हुण अगे है जी एडवांटेजिस अपने कोले वेस्टिब्यूल ट्रेनिंग दियां। पहली है सैवरल इंपलॉइज़ कैन बी गिवन ट्रेनिंग साइमल्टेनियसली, ये असीं इकट्ठे बहुत सारे इंपलॉइज़ नूं ट्रेनिंग दे सकते हैं। अगे है ट्रेनिंग इंस्ट्रक्टर्स आर रिस्पॉन्सिबल फॉर गिविंग ट्रेनिंग ओनली, दे आर एक्सपर्ट्स इन दिस एंड दे आर एक्सपीरियंस टू। जिहड़े ट्रेनिंग इंस्ट्रक्टर हुंदे आ उन्होंने सिर्फ ट्रेनिंग देनी हुंदी, वो इस काम 'च एक्सपर्ट हुंदे आ ते एक्सपीरियंसड हुंदे आ। कॉन्सीक्वेंटली इंपलॉइज़ गैट बैटर ट्रेनिंग, तो इंपलॉइज़ नूं वधिया ट्रेनिंग मिल जाती है। Trainees can concentrate on training only because they are not given responsibility of actual work during the training। So जिहड़े ट्रेनिंग लै रहे ने उन्होंने ट्रेनीज़ बोलते हैं, तो ट्रेनीज़ ज़्यादा फोकस कर सकते, कॉन्सनट्रेट कर सकते आपकी ट्रेनिंग के उपर सिर्फ, जबकि उन्होंने नाल दी नाल काम करने की कोई जिम्मेवारी नहीं दी होंगी। ठीक है, नेक्स्ट है लाइन अथॉरिटीज़ आर रिलीव्ड फ्रॉम द रिस्पॉन्सिबिलिटी ऑफ गिविंग ट्रेनिंग, हैंस दे आर एबल टू कॉन्सनट्रेट ऑन देयर फंक्शनल रिस्पॉन्सिबिलिटी ओनली। सो जिहड़े ऑफिस वाले परसन होंदे आ उन्होंने भी कोई जिहड़ी जिम्मेवारी नहीं होंदी ट्रेनिंग देण दी, ठीक है, तो इस करके वो आपदे काम के उपर जां आपदी जिम्मेवारी के उपर फोकस कर सकते हैं। नैक्सट है इहदे विच अंडर दिस मैथड ट्रेनिंग इज़ इंपार्टेड इन अ फ्री इन्वायरमेंट, देयर इज़ नो बर्डन ऑन बोथ ट्रेनीज़ एंड द इंस्ट्रक्टर्स। सो ये जी ट्रेनिंग है वो एक फ्री अपने फ्री इन्वायरमेंट के दित्ती जाती है, तां करके ना तो ट्रेनिंग लैण वाले उपर ना ही ट्रेनिंग देण वाले दे उपर कोई भी बर्डन हुंदा। नैक्सट है अपने को डिसएडवांटेजिस एदियां वेस्टिब्यूल ट्रेनिंग दियां। अंडर दिस मैथड इंपलॉइज आर गिवन ट्रेनिंग अवे फ्रॉम द एक्चुअल प्लेस ऑफ अ पोस्टिंग इन अ स्पैसीफिक डिपार्टमेंट और रूम, हैंस द इंपलॉइज डू नॉट गैट ट्रेनिंग इन प्रैक्टिकल सर्कमस्टांसिस। हुण देखो जो कोई बंदा डेली जॉब करदा उन्होंने उस चीज़ का ज़्यादा एक्सपीरियंस आऊगा आपकी पोस्ट के उपर बैठ के काम करते टाइम, बट जो आपको अलग अलग जाके ट्रेनिंग दिंने आ तो उन्होंने प्रैक्टिकल हालात समझ नहीं आउणगे भी जे मैनूं आह प्रॉब्लम, देखो आप कहने ना एक एनवायरमेंट क्रिएट कर दिता जाता वा जिहदे वो बिहेव करके दिखाते हैं, जिहदे विच वो प्रॉब्लम सॉल्व करके दिखाते हैं, तो वो जस्ट एक तरीका ही है, जबकि प्रैक्टिकली एक्चुअल लाइफ के किमें करना ये उन्होंने पता नहीं लगता। ठीक है, नैक्सट है द कॉस्ट ऑफ दिस मैथड ऑफ ट्रेनिंग इज़ वेरी हाई। इन ऑर्डर टू गिव ट्रेनिंग इंस्ट्रक्टर्स हैव टू बी हायर्ड, सैवरल टूल्स एंड इक्विपमेंट हैव टू बी परचेज्ड ऑल्सो। सो जिहड़ा ये तरीका है वेस्टिब्यूल ट्रेनिंग या ऑफ द जॉब ट्रेनिंग वाला, ये काफ़ी ज़्यादा महंगा है। ये जिहड़े ट्रेनिंग देने लिए इंस्ट्रक्टर बुलाए जाते हैं उन्होंने हायर किया जाता, उन्होंने तनख्वाह देनी पैंदी आ। इस तो इलावा अलग तो टूल तो इक्विपमेंट्स भी परचेज करके रखने पैंदे आ जिहदे थ्रू आपां उन्होंने ट्रेनिंग देनी है।
नेक्स्ट है अंडर दिस मैथड इट इज़ डिफिकल्ट टू फिक्स द रिस्पॉन्सिबिलिटी फॉर पुअर परफॉर्मेंस इफ द परफॉर्मेंस ऑफ द एम्प्लॉय इज़ पुअर बोथ लाइन अथॉरिटीज़ एंड ट्रेनिंग इंस्ट्रक्टर्स ब्लेम ईच अदर। ਹੁਣ ਮੰਨ ਲਓ ਟ੍ਰੇਨਿੰਗ ਤੋਂ ਬਾਅਦ ਵੀ ਜੇ ਪਰਫੋਰਮੈਂਸ ਇੰਪਲੋਈਜ਼ ਦੀ ਵਧੀਆ ਨਹੀਂ ਹੁੰਦੀ ਤਾਂ ਇਹਦੇ ਵਿੱਚ ਕੀ ਹੋ ਜਾਂਦਾ ਵਾ ਕਿ ਉਹ ਦੋਨੇ ਇੱਕ ਦੂਜੇ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਆ। ਜਿਹੜੇ ਆਫਿਸ ਵਾਲੇ ਹੁੰਦੇ ਆ ਜਿਹਨੂੰ ਆਪਾਂ ਲਾਈਨ ਅਥਾਰਟੀਜ਼ ਕਹਿ ਰਹੇ ਆ ਉਹ ਕਹਿੰਦੇ ਵੀ ਟ੍ਰੇਨਿੰਗ ਵਧੀਆ ਨਹੀਂ ਦਿੱਤੀ ਗਈ, ਜਦ ਕਿ ਜਿਹੜੇ ਟ੍ਰੇਨਿੰਗ ਵਾਲੇ ਹੁੰਦੇ ਆ ਉਹ ਕਹਿੰਦੇ ਵੀ ਆਫਿਸ ਵਾਲੇ ਜਾਣ ਬੁੱਝ ਕੇ ਗਲਤੀ ਕੱਢ ਰਹੇ ਆ। ਠੀਕ ਆ, ਸੋ ਇੱਕ ਤਰ੍ਹਾਂ ਦੇ ਉਹਨਾਂ ਦੇ ਵਿੱਚ ਇੱਕ ਕਨਫਲਿਕਟ ਪੈਦਾ ਹੋ ਜਾਂਦਾ। The usefulness of this method to give training to the high official is limited। ਹੁਣ ਇਹਦੇ ਨਾਲ ਆਪਾਂ ਕਿੰਨੇ ਕੁ ਹਾਈ ਅਫੀਸ਼ੀਅਲਸ ਨੂੰ ਕਿੰਨੀ ਕੁ ਜ਼ਿਆਦਾ ਟ੍ਰੇਨਿੰਗ ਦੇ ਪਾਉਂਦੇ ਆ ਇਹ ਯੂਜ਼ਫੁਲ ਨਹੀਂ ਹੈ, ਕਿਉਂਕਿ ਇਹਦੇ ਵਿੱਚ ਬਹੁਤ ਹੀ ਲਿਮਟਿਡ ਲੋਕ ਆ ਜਿਹੜੇ ਕਾਊਂਟ ਹੁੰਦੇ ਆ ਹਾਈ ਪੋਸਟ ਦੇ ਵਿੱਚ। ਠੀਕ ਆ, ਸੋ ਇਹਦੀ ਵਰਤੋਂ ਬਹੁਤ ਘੱਟ ਆ ਇਹ ਮੈਥਡ ਦੀ, ਕਿਉਂਕਿ ਹਾਈ ਅਫੀਸ਼ੀਅਲ ਤਾਂ ਬੰਦਾ ਹਾਈ ਪੋਸਟ 'ਤੇ ਉਦੋਂ ਹੀ ਪਹੁੰਚਦਾ ਜਦੋਂ ਨੀਚੇ ਵਾਲੀ ਪੋਸਟ ਤੋਂ ਚੱਲ ਕੇ ਤਾਂ ਤੱਕ ਜਾਂਦਾ ਹੁੰਦਾ। ਠੀਕ ਆ, ਤਾਂ ਕਰਕੇ ਇਹਦੀ ਯੂਜ਼ਫੁਲਨੈਸ ਹੈ ਜਿਹੜੀ ਉਹ ਲਿਮਟਿਡ ਆ।